ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇੱਕ ਅਹਿਮ ਮਸਲਾ ਤੇ ਸਿੱਖ ਪੰਥ ਦੇ ਲਈ ਇੱਕ ਦਰਦਨਾਕ ਪਲ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਕਿ ਸਰੂਪਾਂ ਦੀ ਬੇਅਦਬੀ ਕੀਤੀ ਗਈ। ਉਸ ਤੋਂ ਬਾਅਦ ਬਲਾਤਕਾਰੀ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਸਰਸਾ ਜੋ ਕਿ ਜੇਲ੍ਹ ਦੇ ਵਿੱਚ ਕਿਸੇ ਹੋਰ ਕੇਸ ਨੂੰ ਲੈ ਕੇ ਸੜ ਰਿਹਾ ਹੈ, ਪਰ ਸੀਬੀਆਈ ਤੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਆਪੋ ਆਪਣਾ ਕੰਮ ਕਰਦੀਆਂ ਰਹੀਆਂ। ਸੀਬੀਆਈ ਨੇ ਹਥਿਆਰ ਸੁੱਟ ਦਿੱਤੇ। ਕਲੋਜ਼ਰ ਰਿਪੋਰਟ ਦਾਖਲ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਜਿਹੜਾ ਗੁੱਸਾ ਸੀ ਜਾਂ ਸਿੱਖ ਸੰਸਥਾਵਾਂ ਦਾ ਗੁੱਸਾ ਸੀ ਉਹਨੇ ਇੱਕ ਵੱਡੀ ਲਹਿਰ ਪੈਦਾ ਕੀਤੀ। ਅੱਜ ਗੱਲ ਇੱਥੇ ਪਹੁੰਚ ਗਈ ਹੈ ਕਿ ਬੇਅਦਬੀ ਦੇ ਪਿੱਛੇ ਡੇਰਾ ਮੁਖੀ ਦਾ ਨਾਮ ਵੀ ਜਿਹੜਾ ਉਹ ਸਿੱਧੇ ਤੌਰ ਤੇ ਸ਼ਾਮਲ ਕਰ ਦਿੱਤਾ ਗਿਆ। ਸਾਡੇ ਨਾਲ ਬਾਈਬਲ ਕਲਾਂ ਗੋਲੀकांड ਦੇ ਵਿੱਚ ਜਿਹੜਾ ਕਿ ਸ਼ਹੀਦ ਹੋਏ ਸ਼ਹੀਦ ਭਾਈ ਗੁਰਜੀਤ ਸਿੰਘ ਜੀ, ਉਹਨਾਂ ਦੇ ਪਿਤਾ ਸਰਦਾਰ ਸਾਧੂ ਸਿੰਘ ਜੀ ਤੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਸੁਪੁੱਤਰ ਵੀਰ ਸੁਖਰਾਜ ਸਿੰਘ ਨਿਆਮੀ ਵਾਲਾ ਹਾਜ਼ਰ ਨੇ। ਅਸੀਂ ਕੁਝ ਸਮਾਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਅਸੀਂ ਸਰਦਾਰ ਸਾਧੂ ਸਿੰਘ ਜੀ ਨਾਲ ਗੱਲਬਾਤ ਕਰਾਂਗੇ। ਬਾਪੂ ਜੀ 5 ਸਾਲ ਹੋ ਗਏ ਬੇਅਦਬੀ ਹੋਈ ਨੂੰ, ਸਾਰੀਆਂ ਸਰਕਾਰਾਂ ਨੇ ਲਾਰੇ ਵੀ ਲਾਏ, ਵਾਅਦੇ ਵੀ ਕੀਤੇ, ਕੁਛ ਨਾ ਕੁਛ ਅਮਲ ਦੇ ਵਿੱਚ ਵੀ ਲਿਆਂਦਾ, ਤਾਂ ਹੁਣ ਗੱਲ ਇੱਥੇ ਪਹੁੰਚ ਗਈ ਵੀ ਐਸਆਈਟੀ ਨੇ ਸਪਸ਼ਟ ਤੌਰ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਮ ਜੋੜ ਦਿੱਤਾ ਔਰ ਬਹੁਤ ਸਾਰੇ ਜਿਹੜੇ ਪੁਲਿਸ ਅਫਸਰ ਉੱਚ ਅਧਿਕਾਰੀ ਪਹਿਲਾਂ ਹੀ ਜੇਲ੍ਹ 'ਚ ਨੇ ਔਰ ਹੋਰਾਂ ਵੱਲ ਵੀ ਜਿਹੜੀ ਸੂਈ ਜਾ ਰਹੀ ਹੈ। ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਇਨਸਾਫ ਇਹ ਇਨਸਾਫ ਜਿਸ ਹਿਸਾਬ ਨਾਲ ਹੁਣ ਇਹਨਾਂ ਦੀ ਜਾਂਚ ਚੱਲ ਰਹੀ ਹੈ, ਇਸ ਹਿਸਾਬ ਨਾਲ ਚੱਲੇ ਤਾਂ ਉਮੀਦ ਬੱਝੀ ਹੈ। ਕੁਛ ਹੁਣ ਉਮੀਦ ਹੈਗੀ ਹੈ ਔਰ ਨਾ ਸਹੀ ਹੈ ਉਹ ਬੰਦਿਆਂ ਦੇ ਜਿਹੜੇ ਲਏ, ਤੇ ਔਰ ਅਸੀਂ ਤਾਂ ਚਾਹੁੰਦੇ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਕੇਸ ਚਲਾ ਕੇ ਜੇਲ੍ਹਾਂ 'ਚ ਸੱਟੇ ਜਾਣ, ਇਹ ਕਰੇ ਜਾਣ, ਇਹ ਸਾਰੇ ਕੰਮ ਕਰੀ ਇਹਨਾਂ ਨੇ। ਜੇ ਹੁਣ ਇਹ ਜਾਂਚ ਸੈੱਟ ਨੇ, ਇਹਨੂੰ ਨਾ ਇਹਦੇ 'ਚ ਰੁਕਾਵਟਾਂ ਪੈਣ, ਕਿਉਂ ਇਹਨੂੰ ਇਹਦੀ ਜਾਂਚ ਨੂੰ ਜਦੋਂ ਤੋਂ ਇਹ ਲੱਗੇ ਆ ਰੋਕਣ ਦੀ ਕੋਸ਼ਿਸ਼ ਹੀ ਕਰੀ ਹੈ ਇਹਨੇ, ਅਕਾਲੀ ਦਲ ਨੇ। ਕਿਸੇ ਤਰ੍ਹਾਂ ਕਿਤੇ ਬਦਲੀ ਕਰਾਤੀ, ਕਿਤੇ ਕੁਛ ਕਰਾਤਾ, ਝੂਠੇ ਇਲਜ਼ਾਮ ਲਾਈ ਜਾਂਦੇ ਆ ਵੀ ਇਹਨਾਂ ਨੇ ਐਂ ਕਰਤਾ ਉਹ ਕਰਤਾ। ਔਰ ਸਾਡੇ ਤਾਂ ਜਿਨ੍ਹਾਂ ਦੇ ਮਰੇ ਆ ਸਾਨੂੰ ਪੁੱਛ ਕੇ ਵੇਖੋ ਨਾ, ਸ਼ਹੀਦ ਹੋਏ ਆ, ਵੀ ਸਾਡੀ ਹਾਲਤ ਵੇਖੋ ਕੀ ਹੈ। ਇਹ ਤਾਂ ਹੁਣ ਬੈਠੇ ਕੋਈ ਝੂਠੇ ਇਲਜ਼ਾਮ ਕੋਈ ਕਹਿ ਦਿੰਦਾ ਇਹਨਾਂ ਨੇ ਉਹ ਤੋਂ ਪੈਸੇ ਲੈ ਲਏ, ਕਿਸੇ ਨੇ ਉਹ ਤੋਂ ਪੈਸੇ ਲੈ ਲਏ, ਕਿਸੇ ਨੇ ਉਹ ਤੋਂ ਪੈਸੇ ਲੈ ਲਏ। ਅਸੀਂ ਤਾਂ ਕਹਿੰਦੇ ਹਾਂ ਵੀ ਇਹੋ ਜਿਹੇ ਪੈਸੇ ਤਾਂ ਮਹਾਰਾਜ ਕਿਸੇ ਨੂੰ ਦਵਾਵੇ ਹੀ ਨਾ। ਹਾਂ ਹਾਂ, ਇਹੋ ਜਿਹੇ ਕਿ ਅਸੀਂ ਤਾਂ ਕਹਿੰਦੇ ਭਲਾ ਹੀ ਹੋਵੇ, ਬੁਰਾ ਹੋਵੇ ਹੀ ਨਾ ਕਿਸੇ ਦਾ। ਪਰ ਜਿਨ੍ਹਾਂ ਨੇ ਵੀ ਕਰੇ ਹੈ ਤੇ ਉਹਨਾਂ ਨੂੰ ਸਜ਼ਾ ਲਾਜ਼ਮੀ ਮਿਲਣੀ ਚਾਹੀਦੀ ਹੈ। ਔਰ ਸਾਨੂੰ ਹੁਣ ਉਮੀਦ ਬੱਝੀ ਹੈ ਵੀ ਕੁਛ ਨਾ ਕੁਛ ਤਾਂ ਠੰਡ ਪਊਗੀ। ਸਰਦਾਰ ਸਾਧੂ ਸਿੰਘ ਜੀ, ਪਹਿਲਾਂ ਐਸਆਈਟੀ ਜਾਂਚ ਕਰ ਰਹੀ ਸੀ ਤਾਂ ਐਸਆਈਟੀ ਦਾ ਕੰਮ ਰੋਕ ਕੇ ਸੀਬੀਆਈ ਕੰਮ ਕਰਨ ਲੱਗੀ। ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਖਲ ਕੀਤੀ ਵੀ ਇਹਦੇ 'ਚ ਬਲਾਤਕਾਰੀ ਗੁਰਮੀਤ ਰਾਮ ਰਹੀਮ ਦਾ ਜਾਂ ਐਸਾ ਵੈਸਾ ਕੋਈ ਹੱਥ ਨਹੀਂ। ਤਾਂ ਤੁਹਾਨੂੰ ਲੱਗਦਾ ਵੀ ਸੀਬੀਆਈ ਜਿਹੜੀ ਹੈ ਡੇਰਾ ਮੁਖੀ ਨੂੰ ਕਿਉਂ ਬਚਾਉਣਾ ਚਾਹੁੰਦੀ ਸੀ? ਸੀਬੀਆਈ ਜਿਹੜੀ ਸੀਬੀਆਈ ਦਾ ਕੇਸ ਹੈ ਨਾ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੀ ਦਿੱਤਾ ਇਹਨੂੰ ਇਹਨਾਂ ਨੇ। ਇਹ ਬਾਈਬਲ ਗੋਲੀकांड ਦਾ ਤਾਂ ਸੀਬੀਆਈ ਨੂੰ ਦਿੱਤਾ ਹੀ ਨਹੀਂ, ਤੇ ਨਾ ਹੀ 5 ਸਾਲਾਂ 'ਚ ਸੀਬੀਆਈ ਨੇ ਸਾਡੇ ਤੱਕ ਕੋਈ ਪਹੁੰਚ ਕਰੀ ਹੈ। ਸਾਤੋਂ ਕੁਛ ਪੁੱਛਿਆ ਨਹੀਂਗਾ ਬਿਲਕੁਲ ਵੀ। ਔਰ ਉਹ ਸੀਬੀਆਈ ਉਹਨੂੰ ਲਮਕਾਉਣਾ ਚਾਹੁੰਦੀ ਹੈ। ਤੁਹਾਨੂੰ ਪਤਾ ਹੀ ਹੈ, ਲੋਕੀ 20-30 ਸਾਲ ਦੇ 35-35 ਸਾਲ ਦੇ ਕੇਸ ਲਮਕੀ ਜਾਂਦੇ। ਇਹਨਾਂ ਨੂੰ ਪਤਾ ਵੀ ਲਮਕ ਜੂਗਾ, ਉਦੋਂ ਨੂੰ ਲੋਕ ਠੰਡੇ ਹੋ ਜਾਣਗੇ। ਲਮਕਾਉਣਾ ਚਾਹੁੰਦੇ ਆ ਇਹ ਅਕਾਲੀ ਦਲ। ਸੁਖਬੀਰ ਬਾਦਲ ਆ ਸਿੱਧਾ ਇਹਦੇ 'ਚ ਦੋਸ਼ੀ, ਸੁਖਬੀਰ ਬਾਦਲ ਹੈ। ਕਿਉਂ? ਸੁਖਬੀਰ ਬਾਦਲ ਹੈ ਉਸ ਟਾਈਮ 'ਤੇ ਜਿਹੜਾ ਇਹਦਾ ਅਕਾਲ ਤਖ਼ਤ ਦਾ ਜਥੇਦਾਰ ਸੀ, ਗਿਆਨੀ ਗੁਰਬਚਨ ਸਿੰਘ, ਅਵਤਾਰ ਸਿੰਘ ਮੱਕੜ, ਇਹ ਸਾਰੇ ਦੋਸ਼ੀ ਹੈ। ਗਿਆਨੀ ਗੁਰਬਚਨ ਸਿੰਘ ਬਗਰਾੜੀ ਆ ਕੇ ਬੈਠਾ ਰਿਹਾ 4 ਦਿਨ, ਇੱਥੇ ਕਿਸੇ ਦੇ ਘਰੇ ਬੈਠਾ ਰਿਹਾ, ਸਾਨੂੰ ਪਤਾ ਲੱਗਦਾ। ਹੁਣ ਸਾਡੇ ਤੱਕ ਉਹ ਅੱਜ ਤੱਕ ਨਹੀਂ ਪਹੁੰਚ ਕਰੀ ਉਹਨੇ, ਕੋਈ ਅਫਸੋਸ ਕਰਨ ਵੀ ਨਹੀਂ ਗਿਆ ਉਹ, ਨਾ ਕੋਈ ਫੋਨ 'ਤੇ ਵੀ ਨਹੀਂ ਗੱਲ ਕਰੀ ਉਹਨਾਂ ਨੇ। ਜਦੋਂ ਇਹ ਪਾਸਾ ਵੱਟਦੇ, ਇਹਨਾਂ ਗੱਲਾਂ ਤੋਂ ਸਾਬਤ ਹੁੰਦਾ ਵੀ ਦੋਸ਼ੀ ਇਹ ਹੀ ਹੈ। ਜੇ ਸੱਚਾ ਹੋਵੇ ਬੰਦਾ ਜਿਹੜਾ, ਉਹ ਮੱਥੇ 'ਚ ਵੱਜਦਾ ਭਰਿੰਡਾ ਨੂੰ ਅਗਲੇ ਦੇ। ਹਾਂ, ਤਾਂ ਇੱਥੇ ਜਿਹੜਾ ਕਿ ਉਸ ਸਮੇਂ ਦੀ ਮੌਜੂਦਾ ਸਰਕਾਰ ਅਕਾਲੀ ਭਾਜਪਾ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਜਿਹੜਾ ਕਿ ਪਰਿਵਾਰ ਨੂੰ ਸਪਸ਼ਟ ਤੌਰ ਤੇ ਜਿਹੜਾ ਉਹ ਸ਼ੱਕ ਵੀ ਔਰ ਨਾਮ ਵੀ ਲੈ ਦਿੱਤਾ ਵੀ ਇਹਦੇ ਵਿੱਚ ਇਹ ਜਿਹੜਾ ਕਿ ਦੋਸ਼ੀ ਜਿਹੜੇ ਹੈਗੇ ਨੇ ਕਰਤਾ ਧਰਤਾ ਬਾਈਬਲ ਕਲਾਂ ਗੋਲੀकांड ਦੇ ਹੈਗੇ ਨੇ। ਪਰ ਐਸਆਈਟੀ ਨੇ ਜਿਹੜਾ ਸਪਸ਼ਟ ਤੌਰ ਤੇ ਬੜੀ ਤੇਜ਼ੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ ਦੀ ਜਾਂਚ ਜਿਹੜੀ ਹੈ ਤੇ ਨਾਲ ਹੀ ਬਾਈਬਲ ਕਲਾਂ ਗੋਲੀकांड ਦੇ ਵਿੱਚ ਜਿਹੜੀ ਹੁਣ ਤੇਜ਼ੀ ਆਈ ਹੈ, ਕਿਉਂਕਿ ਕੈਪਟਨ ਸਰਕਾਰ ਨੇ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ। ਬਰਗਾੜੀ ਮੋਰਚਾ ਲੱਗਿਆ, ਬਰਗਾੜੀ ਮੋਰਚੇ ਦੇ ਵਿੱਚ ਵੀ ਕੈਪਟਨ ਸਰਕਾਰ ਦੇ ਮੁੱਖ ਜਿਹੜੇ ਕਿ ਮੰਤਰੀਆਂ ਨੇ ਵਾਅਦੇ ਕੀਤੇ ਸੀ ਵੀ ਅਸੀਂ ਜਿਹੜਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਾਹਮਣੇ ਲੈ ਕੇ ਆਵਾਂਗੇ ਜਾਂ ਗੋਲੀकांड ਦੇ ਦੋਸ਼ੀਆਂ ਨੂੰ ਸਾਹਮਣੇ ਲੈ ਕੇ ਆਵਾਂਗੇ। ਤਾਂ ਬੇਸ਼ੱਕ ਇੱਕ ਪਿਤਾ ਵਾਸਤੇ ਉਹਦੇ ਪੁੱਤ ਦਾ ਚਲੇ ਜਾਣਾ ਬਹੁਤ ਦੁਖਦਾਈ ਹੁੰਦਾ, ਪਰ ਸਿੱਖ ਕੌਮ ਨੇ ਸ਼ਹੀਦ ਕਹਿ ਕੇ ਮਾਣ ਬਖਸ਼ਿਆ ਤੁਹਾਡੇ ਪੁੱਤ ਨੂੰ। ਤਾਂ ਉਸ ਵਕਤ ਤੋਂ ਤੁਸੀਂ ਕਿਵੇਂ ਸੋਚਦੇ ਹੋ? ਉਵੇਂ ਤਾਂ ਅਸੀਂ ਆਪਦੇ ਆਪ ਨੂੰ ਬਹੁਤ ਵਡਭਾਗੀ ਮੰਨਦੇ ਹਾਂ।
ਅਸੀਂ ਅੱਜ ਵੀ ਇੱਥੇ ਤਾਈਂ ਖੜੇ ਆ। ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਦਫਾ ਇੱਥੇ ਮੱਲ ਕੇ ਆਇਆ, ਨਹੀਂ ਮੈਂ ਅੱਜ ਤਾਈਂ ਨਹੀਂ ਵੇਖਿਆ ਸੀਗਾ। ਅਗਲਿਆਂ ਨੇ ਮਾਣ ਸਤਿਕਾਰ ਦਿੰਦੇ ਆ, ਹਰੇਕ ਜਗ੍ਹਾ ਸੱਦਦੇ ਆ, ਕਿਤੇ ਵੀ ਜਾਈਏ। ਉਦੋਂ ਗੱਲੋਂ ਤਾਂ ਅਸੀਂ ਬਹੁਤ ਵੱਡ ਭਾਗੀ ਆ, ਪਰ ਫਿਰ ਵੀ ਜਦੋਂ ਵੀ ਉਹਦਾ ਕਿਤੇ ਨਾਂ ਲੈਂਦੇ ਆ ਕੋਈ ਗੱਲ ਭਰ ਆਉਂਦਾ, ਗੱਲ ਨਹੀਂ ਹੁੰਦੀ। ਕਹਿਣਾ ਬਹੁਤ ਸੌਖਾ ਤੇ ਹੰਡਣਾ ਹੰਡਾਉਣਾ ਬਹੁਤ ਔਖਾ ਹੈ। ਸਹੀ ਹੈ ਬਾਪੂ ਜੀ, ਬੇਅਦਬੀ ਹੋਈ ਤੇ ਫਿਰ ਬੇਅਦਬੀ ਦਾ ਇਨਸਾਫ ਮੰਗਣ ਵਾਸਤੇ ਤੁਸੀਂ ਵੀ ਬੈਠੇ, ਤੁਹਾਡਾ ਬੱਚਾ ਵੀ ਬੈਠਾ, ਵੀਰ ਸੁਖਰਾਜ ਦੇ ਪਿਤਾ ਜੀ ਬੈਠੇ, ਅਸੀਂ ਵੀ ਜਿਹੜੇ ਸ਼ਹਿਰਾਂ 'ਚ ਸੀਗੇ ਉਸ ਵਕਤ ਅਸੀਂ ਵੀ ਸੜਕਾਂ ਤੇ ਬੈਠੇ ਤੇ ਸ਼ਹੀਦੀ ਜਿਹੜੀ ਆ ਕਰਮ ਵਾਲਿਆਂ ਨੂੰ ਮਿਲਦੀ ਆ, ਸ਼ਹੀਦੀ ਹੋਈ। ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ, ਜਿਹੜਾ ਇੱਕ ਪਾਸੇ ਕਾਨੂੰਨੀ ਪ੍ਰਕਿਰਿਆ ਲੇਟ ਬੜੀ ਆ, ਬਹੁਤ ਜ਼ਿਆਦਾ ਲੇਟ ਆ, ਹਾਲਾਂਕਿ ਸਪਸ਼ਟ ਸੀ ਵੀ ਪੁਲਿਸ ਅਧਿਕਾਰੀਆਂ ਵੱਲੋਂ ਗੋਲੀ ਚੱਲੀ ਆ, ਕਦੇ ਪੁਲਿਸ ਅਣਪਛਾਤੀ ਬਣ ਗਈ, ਇਹ ਕਾਨੂੰਨ ਦੇ ਵਿੱਚ ਇੰਨੀ ਢਿੱਲ ਕਿਉਂ ਆ? ਬੇਅਦਬੀ ਵੀ ਸਪਸ਼ਟ ਤੌਰ 'ਤੇ ਪੋਸਟਰ ਵੀ ਲਾਤੇ ਸੀ ਡੇਰਾ ਮੁਖੀ ਦੇ ਚੇਲਿਆਂ ਨੇ, ਅਸੀਂ ਲਾਇਆ, ਤਾਂ ਸਰਕਾਰ ਢਿੱਲ ਕਿਉਂ ਕਰਦੀ ਆ? ਕੋਈ ਵੀ ਪਾਰਟੀ ਹੋਵੇ, ਏਬੀਸੀ ਕੀ ਵੋਟਾਂ ਦਾ ਮਸਲਾ ਹੈ ਜਾਂ ਸਿੱਖਾਂ ਨਾਲ ਹੀ ਧੱਕਾ ਹੁੰਦਾ, ਇਹਦੇ ਬਾਰੇ ਨਹੀਂ, ਇਹ ਤੇ ਧੱਕਾ ਸਿੱਖਣ ਨਾਲ ਹੀ ਹੁੰਦਾ ਹੈ। ਜੇ ਧੱਕਾ ਨਾ ਕਰਨਾ ਹੁੰਦਾ ਤਾਂ ਉੱਥੇ ਗੋਲੀ ਚਲਾਉਣ ਦਾ ਮਸਲਾ ਹੀ ਨਹੀਂ ਸੀ। ਕੋਈ ਕੀ ਰੌਲਾ ਸੀ ਉੱਥੇ? ਕੋਈ ਕਾਨੂੰਨ ਦੀ ਕੋਈ ਹੋਰ ਚੀਜ਼ ਤਾਂ ਹੈ ਹੀ ਨਹੀਂ ਸੀ। ਉਹ ਤਾਂ ਖੇਤਾਂ 'ਚ ਬੈਠੇ ਸੀ, ਉੱਥੇ ਗੋਲੀ ਕਾਹਦੇ ਨਾਲ ਚਲਾਉਣੀ ਸੀ? ਗੋਲੀ ਉੱਥੇ ਕੋਈ ਇਹਨਾਂ ਦੇ ਧਾਰਮਿਕ ਆਗੂ ਜਾਂ ਅਕਾਲ ਤਖਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਉੱਥੇ ਆਉਂਦੇ, ਉਹਨਾਂ ਨੂੰ ਸਮਝਾਉਂਦੇ ਭਾਈ ਅਸੀਂ ਆਹ ਕੰਮ ਕਰਦੇ ਹਾਂ। ਉਹਨਾਂ ਨੇ ਤਾਂ ਗੋਲੀਆਂ ਚਲਾਤੀਆਂ ਹਕਾਰ ਦੇ ਵਿੱਚ। ਸੁਖਬੀਰ ਬਾਦਲ ਨੇ ਹਕਾਰ 'ਚ ਚਲਾਈਆਂ। ਹਾਂ ਉੱਤੋਂ ਇਹ ਦੇਖੋ ਜੀ, ਇਹ ਸੁਖਬੀਰ ਬਾਦਲ ਬਿਨਾਂ ਕੰਮ ਹੋ ਨਹੀਂ ਸਕਦਾ। ਅਸੀਂ ਸਿੱਧੀ ਕਹਿੰਦੇ ਹਾਂ, ਡਾਇਰੈਕਟ ਕਹਿੰਦੇ ਹਾਂ। ਆਮ ਤੁਸੀਂ ਹੁਣ ਪੁਲਿਸ 'ਚ ਰਿਪੋਰਟ ਲਿਖਾਉਣ ਜਾਓ, ਅਗਲਾ ਕਹਿੰਦਾ ਨਾਂ ਲਓ ਕਿਹਦਾ ਲੈਂਦੇ ਹਾਂ। ਅਸੀਂ ਹੁਣ ਨਾਂ ਲੈਂਦੇ ਹਾਂ ਵੀ ਸੁਖਬੀਰ ਬਾਦਲ ਦਾ, ਇਹ ਉਹਨੂੰ ਕਿਉਂ ਨਹੀਂ ਕੋਈ ਪੁੱਛਦਾ? ਜਾਂ ਸੁਖਬੀਰ ਬਾਦਲ ਕਿਉਂ ਨਹੀਂ ਸਾਡੇ ਸਾਹਮਣੇ ਆਉਂਦਾ ਬੋਲਦਾ ਵੀ ਮੈਂ ਨਹੀਂ ਕਰਿਆ ਇਹ? 1.5 ਮਹੀਨੇ ਬਾਅਦ ਆਇਆ, 30-40 ਹਜ਼ਾਰ ਪੁਲਿਸ ਲਿਆ ਕੇ ਸਾਨੂੰ ਘਰ 'ਚ ਬੰਦੀ ਬਣਾ ਕੇ 5 ਮਿੰਟ ਨਹੀਂ ਬੈਠਾ ਗਾ, ਉੱਠ ਗਿਆ। ਉਸ ਤੋਂ ਬਾਅਦ 5 ਸਾਲ ਹੋ ਗਏ ਸਾਡੇ ਮੱਥੇ ਨਹੀਂ ਲੱਗੇ। ਉਹ ਕੋਈ ਵੀ ਕੀ ਕਰਨਾ? ਮੈਨੂੰ ਲੱਗਦਾ ਵੀ ਸਪਸ਼ਟ ਤੌਰ ਤੇ ਜਿਹੜਾ ਕਿ ਉਸ ਵਕਤ ਦੀ ਸਰਕਾਰ ਦਾ ਹੱਥ ਆ, ਤਾਂ ਹੁਣ ਐਸਆਈਟੀ ਜਾਂ ਸੀਬੀਆਈ ਜਾਂ ਕਿਸੇ ਵੀ ਤਰੀਕੇ ਨਾਲ ਜਿਹੜੀ ਜਾਂਚ ਚੱਲ ਰਹੀ ਹੈ, ਤੁਹਾਨੂੰ ਲੱਗਦਾ ਵੀ ਇਹ ਕਾਨੂੰਨ ਉੱਥੋਂ ਤੱਕ ਪਹੁੰਚੇਗਾ ਕਿ ਉਹਨਾਂ ਦੇ ਇਸ 'ਚ ਨਾਮ ਸ਼ਾਮਲ ਹੋਣੇ ਚਾਹੀਦੇ ਜਾਂ ਹੋ ਸਕਦੇ ਆਉਣ ਵਾਲੇ ਸਮੇਂ 'ਚ, ਜਾਂ ਜਿਹੜੇ ਥੱਲੜੇ ਅਧਿਕਾਰੀ ਉਹਨਾਂ ਤੱਕ ਗੱਲ ਰਹਿ ਜਾਣੀ ਆ? ਇਹ ਦੇਖੋ ਜੀ, ਸਾਨੂੰ ਕੋਈ ਉਮੀਦ ਨਹੀਂ ਉਹਨਾਂ ਦੇ ਨਾਮ ਬਿਲਕੁਲ ਨਹੀਂ ਸ਼ਾਮਲ ਹੋ, ਕਿਉਂ ਉੱਤੇ ਉਹਨਾਂ ਦਾ ਸੈਂਟਰ 'ਚ ਹੱਥ ਹੈ। ਸੈਂਟਰ ਤੋਂ ਦਬਾਅ ਪਾ ਦੇਣਾ। ਇੱਥੋਂ ਤੱਕ ਵੀ ਜਾਂਚ ਪਤਾ ਨਹੀਂ ਕਿਵੇਂ ਪਹੁੰਚ ਗਈ ਹੈ। ਮੈਨੂੰ ਤਾਂ ਇਦੋਂ ਗਾਂਹ ਪਹੁੰਚਣ ਦੀ ਵੀ ਉਮੀਦ ਨਹੀਂ ਗੀ। ਉਹ ਉੱਤੋਂ ਇੰਨਾ ਕੁ ਕਰਕੇ 2-4 ਮਹੀਨੇ ਬਾਅਦ ਕਰਕੇ ਫੇਰ ਬਸ ਫੇਰ ਚੁੱਪ ਕਰ ਜਾਂਦੇ। ਨਹੀਂ, ਜਦੋਂ ਇੱਕ ਫੜ ਲਏ, 2 ਫੜ ਲਏ, ਲਗਾਤਾਰ ਫੜੀ ਜਾਣ ਉਹਨਾਂ ਨੂੰ। ਕਿਹਦੀ ਵੇਟ ਕਰਦੇ ਆ? 15 ਦਿਨ ਬਾਅਦ ਫੇਰ ਫੜ ਲਿਆ, ਮਹੀਨੇ ਬਾਅਦ ਫੇਰ ਫੜ ਲਿਆ, ਫੇਰ ਉਹਨਾਂ ਨੂੰ ਜ਼ਮਾਨਤਾਂ ਦਿੱਤੀਆਂ। ਕਤਲ ਦੇ ਮੁਕੱਦਮੇ 302 ਦੇ ਹੋਣ, ਅੱਜ ਤਾਈਂ ਕਿਸੇ ਨੂੰ ਜ਼ਮਾਨਤਾਂ ਮਿਲ ਗਈਆਂ? ਸਭ ਨੂੰ ਜ਼ਮਾਨਤਾਂ ਤੇ ਛੱਡੀ ਜਾਂਦੇ ਆ। ਸਭ ਕੋਰਟਾਂ ਕਚਹਿਰੀਆਂ ਜਿੰਨੇ ਸਭ ਰਲੇ ਹੋਏ ਆ ਇਹ। ਬਿਲਕੁਲ ਆਪਦੇ ਵਕੀਲ ਲਾਉਂਦੇ ਆ, ਆਪਦੇ ਜੱਜ ਲਾਉਂਦੇ ਆ, ਸਭ ਰਲੇ ਆ ਇਹ। ਪੈਸੇ ਵਾਲੇ ਬੰਦੇ ਹੈਗੇ ਆ, ਉੱਤੋਂ ਸੈਂਟਰ ਤੋਂ ਪਾ ਕੇ ਦਵਾ। ਇਹ ਇੱਥੇ ਇਹ ਸਿਸਟਮ 'ਚ ਤਾਂ ਨਿਆਂ ਦੀ ਕੋਈ ਉਮੀਦ ਰੱਖਣੀ ਬੇਕਾਰ ਹੈ। ਬਸ ਇੱਕ ਗੁਰੂ ਗ੍ਰੰਥ ਸਾਹਿਬ ਹੀ ਹੈ ਜੋ ਨਿਆਂ ਦੇ ਸਕਦਾ, ਦੇ ਸਕਦਾ। ਲੋਕਾਂ ਦਾ ਕਾਨੂੰਨ ਦੇ ਵਿੱਚ ਜਿਹੜਾ ਯਕੀਨ ਹੈ, ਭਰੋਸਾ ਹੈਗਾ, ਉਹ ਕਿਸ ਤਰ੍ਹਾਂ ਸਥਿਰ ਰਹਿ ਸਕਦਾ ਹੈ? ਬਾਪੂ ਜੀ ਨੇ ਸਾਡੇ ਨਾਲ ਗੱਲਬਾਤ। ਸੁਖਰਾਜ ਸਿੰਘ ਜੀ ਨੇ ਜਿਹੜੇ ਕਿ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਨੇ। ਵੀਰ, ਅੱਜ ਇੱਥੇ ਧੰਨਵਾਦੀ ਪ੍ਰੋਗਰਾਮ ਸੀ ਵੀ ਐਸਆਈਟੀ ਜਿਹੜੀ ਹੈ ਬੜਾ ਚੰਗਾ ਕੰਮ ਕਰ ਰਹੀ ਹੈ। ਚੰਗਾ ਇਸ ਤਰ੍ਹਾਂ ਵੀ ਜਿਹੜੇ ਸੱਚਮੁੱਚ ਦੋਸ਼ੀ ਸੰਗਤ ਨੂੰ ਲੱਗਦੇ ਸੀ ਜਾਂ ਜਿਹੜਾ ਕਿ ਮਜ਼ਲੂਮ ਨੂੰ ਲੱਗਦੇ ਸੀ, ਜਿਹੜੇ ਇੱਥੇ ਜਿਨ੍ਹਾਂ ਨੇ ਅੱਖੀ ਵੇਖਿਆ ਸੀ, ਗਵਾਹਾਂ ਨੂੰ ਲੱਗਦੇ ਸੀ, ਉਹਨਾਂ ਤੇ ਜਿਹੜੀ ਸੂਈ ਪਹੁੰਚ ਗਈ ਹੈ। ਤੇ ਤੁਹਾਨੂੰ ਕੀ ਲੱਗਦਾ ਹੈ, ਜਿਹੜੇ ਤੁਹਾਡੇ ਪਿਤਾ ਦੇ ਕਾਤਲ, ਉਹਨਾਂ ਵੱਲ ਵੀ ਸੂਈ ਸਪਸ਼ਟ ਤੌਰ ਤੇ ਜਾਏਗੀ? ਦੇਖੋ, ਜੇ ਆਪਾਂ ਗੱਲ ਕਰੀਏ ਅੱਜ ਦੇ ਦੋਸ਼ੀਆਂ ਦੀ, ਇਹ ਜਿਹੜੇ 5 ਦੋਸ਼ੀ ਜਿਹੜੇ ਕਰਾਰ ਦਿੱਤੇ ਗਏ ਆ, ਇਹ ਬਹੁਤ ਟਾਈਮ ਪਹਿਲਾਂ ਵੀ ਫੜੇ ਗਏ ਸੀ, ਉਸ ਤੋਂ ਬਾਅਦ ਇਹਨਾਂ ਨੂੰ ਫਿਰ ਛੱਡਿਆ ਗਿਆ। ਪਰ ਉਹ ਹੁਣ ਜਨਤਕ ਰੂਪ ਦੇ ਵਿੱਚ ਦੋਸ਼ੀ ਆ, ਜਿਹੜੇ ਉਹਨਾਂ ਨੇ ਵੀ ਆਪਣਾ ਕਬੂਲਨਾਮਾ ਕਬੂਲਿਆ ਵੀ ਉਹਨਾਂ ਨੇ ਬੇਅਦਬੀ ਕੀਤੀ, ਇੱਥੇ ਗੁਰੂ ਸਾਹਿਬ ਨੂੰ ਲਿਜਾਇਆ ਗਿਆ ਤੇ ਅੰਗ ਖਿਲਾਰੇ ਗਏ। ਸੋ ਉਹ ਉਸ ਦੇ ਸ਼ੁਕਰਾਨੇ ਵਜੋਂ ਪਿੰਡ ਮਲਕੇ ਦੀਆਂ ਸੰਗਤਾਂ ਵੱਲੋਂ ਇੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਹਦੇ ਵਿੱਚ ਅੱਜ ਸਾਰੀਆਂ ਸਿੱਖ ਜਥੇਬੰਦੀਆਂ ਪਹੁੰਚੀਆਂ। ਸੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਦਾ ਵੀ ਜਿਹੜੇ ਉਹ 5 ਦੋਸ਼ੀ ਜਨਤਕ ਕੀਤੇ ਆ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣ। ਤਾਂ ਇੱਕ ਪਾਸੇ ਐਸਆਈਟੀ ਜਿਹੜੀ ਕੰਮ ਕਰ ਰਹੀ ਹੈ, ਤਾਂ ਸੀਬੀਆਈ ਵੱਲੋਂ ਵੀ ਜਿਹੜਾ ਹੁਣ ਦਖਲਅੰਦਾਜ਼ੀ ਦੇਣ ਦੀ ਜਿਹੜੀ ਸ਼ੁਰੂਆਤ ਕਰ ਦਿੱਤੀ ਗਈ ਹੈ। ਬੇਸ਼ੱਕ ਤੁਸੀਂ ਉਸ ਕੇਸ ਦੇ ਵਿੱਚ ਜਿਹੜਾ ਕਿ ਅਹਿਮ ਇੱਕ ਭੂਮਿਕਾ ਨਿਭਾ ਰਹੇ ਹੋ ਬਾਈਬਲ ਕਲਾ ਗੋਲੀकांड ਦੇ ਵਿੱਚ, ਪਰ ਤੁਸੀਂ ਇੱਕ ਸਿੱਖ ਹੋਣ ਦੇ ਨਾਤੇ, ਇੱਕ ਸਿੱਖ ਆਗੂ ਵਜੋਂ ਵੀ ਵਿਚਰਦੇ ਰਹੇ ਹੋ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ, ਤਾਂ ਤੁਹਾਨੂੰ ਕੀ ਲੱਗਦਾ ਵੀ ਸੀਬੀਆਈ ਦਾ ਇਸ ਤਰ੍ਹਾਂ ਹੁਣ ਦਖਲ ਦੇਣਾ ਜਿਹੜਾ ਹੈਗਾ ਉਹ ਕਿੰਨਾ ਕੁ ਜਾਇਜ਼, ਜਾਂ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਵੀ ਕਿਸੇ ਇਸ਼ਾਰੇ ਦੇ ਤਹਿਤ ਕੰਮ ਹੋ ਰਿਹਾ, ਜਾਂ ਸੱਚੀ ਸੀਬੀਆਈ ਇੰਟਰਸਟਿਡ ਹੈ ਦੁਬਾਰੇ ਹੁਣ? ਇਹ ਜੀ ਸੀਬੀਆਈ ਜਿਹੜੀ ਜਾਂਚ ਕਰ ਰਹੀ ਹੈ, ਕੇਂਦਰ ਦੀ ਇੱਕ ਕਠਪੁਤਲੀ ਆ ਤੇ ਕੇਂਦਰ ਦੇ ਨਾਲ ਜਿਹੜੀ ਪੰਜਾਬ ਦੀ ਗਵਰਨਮੈਂਟ ਉਸ ਟਾਈਮ ਰਹੀ ਆ ਬਾਦਲ, ਉਹਦੀ ਕਾਫੀ ਯਾਰੀ ਹੈ ਭਾਜਪਾ ਦੀ। ਅਕਾਲੀ ਦਲ ਭਾਜਪਾ ਗੱਠਜੋੜ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ। ਸੋ ਕਿਤੇ ਨਾ ਕਿਤੇ ਜਿਹੜੀ ਸੀਬੀਆਈ ਦੀ ਇੰਟਰਫੇਰੈਂਸ ਹੋ ਰਹੀ ਆ, ਸਰਸੇ ਸਾਧ ਦੀ ਬਾਦਲਾਂ ਨਾਲ ਯਾਰੀ ਹੈ
ਸੋ ਸਰਸੇ ਸਾਧ ਨੇ ਬੇਅਦਬੀ ਕੀਤੀ ਆ, ਬਾਦਲਾਂ ਨੂੰ ਬਚਾਉਣ 'ਚ ਆ ਤੇ ਬਾਦਲਾਂ ਨੂੰ ਬਚਾਉਣ 'ਚ ਕੇਂਦਰ ਆ, ਤੇ ਕੇਂਦਰ ਦੀ ਕਠਪੁਤਲੀ ਜਿਹੜੀ ਸੀਬੀਆਈ ਆ, ਸੀਬੀਆਈ ਕੇਂਦਰ ਦੇ ਇਸ਼ਾਰੇ ਤੇ ਨੱਚਦੀ ਆ। ਸੋ ਸਾਰੀ ਇੱਥੇ ਉਹਦੇ ਕੋਲ ਕੁੱਤੀ ਚੋਰਾਂ ਨਾਲ ਰਲੀ ਹੋਈ ਆ। ਇਹ ਇਨਸਾਫ ਨਹੀਂ ਦੇਣਾ ਚਾਹੁੰਦੇ। ਜੇ ਸਰਕਾਰਾਂ ਦੀ ਗੱਲ ਕਰੀਏ ਤਾਂ 5 ਸਾਲ ਦਾ ਗੇਮ ਪੀਰੀਅਡ ਖੇਡ ਰਹੇ ਆ। ਜਿਹੜਾ ਉਸ ਟਾਈਮ ਦਾ ਗ੍ਰਹਿ ਮੰਤਰੀ ਸੀਗਾ ਜਾਂ ਉਪ ਮੁੱਖ ਮੰਤਰੀ ਸੀਗਾ, ਉਹ ਆਪਣੇ ਆਪ ਨੂੰ ਕਹਿੰਦਾ ਸੀ ਮੈਨੂੰ ਪੰਜਾਬ 'ਚ ਕੀੜੀ ਚੱਲਦੀ ਦਿਖਦੀ ਆ। ਪੁਲਿਸ ਵਾਲੇ ਆਇਡੈਂਟੀਫਾਈਡ ਹੋ ਕੇ ਇੱਥੇ ਗੋਲੀਆਂ ਚਲਾ ਗਿਆ, ਉਹਨਾਂ ਤੋਂ ਪਰਚਾ ਦਰਜ ਨਹੀਂ ਕਰ ਸਕਿਆ, ਉਹਨਾਂ ਨੂੰ ਸਜ਼ਾਵਾਂ ਨਹੀਂ ਦੇ ਸਕਿਆ। ਸੋ ਪੁਲਿਸ ਦੇ ਨਾਲ ਨਾਲ ਕਿਤੇ ਨਾ ਕਿਤੇ ਜਿਹੜੀ ਇੰਟਰਫੇਰੈਂਸ ਆ ਰਹੀ ਹੈ ਬਹਿਬਲ ਗੋਲੀ ਕਾਂਡ ਦੇ ਵਿੱਚ ਵੀ, ਉਹ ਉਹਨਾਂ ਦੇ ਕੋਈ ਭਾਈਵਾਲਤਾ, ਕੋਈ ਵਕੀਲ ਹੈ, ਕੋਈ ਮਿੱਤਰ ਹੈ, ਕੋਈ 2 ਨੰਬਰ ਦਾ ਧੰਦਾ ਕਰਨ ਵਾਲਾ ਜਿਨ੍ਹਾਂ ਦਾ ਪੁਲਿਸ ਦਾ ਹੱਥ ਹੁੰਦਾ ਜਿਨ੍ਹਾਂ ਤੇ। ਸੋ ਉਹ ਵੀ ਅੱਜ ਉਹ ਜਨਤਕ ਹੋ ਰਿਹਾ। SIT ਕੰਵਰ ਵਿਜੇ ਪ੍ਰਤਾਪ ਹੋਣੀ ਹੈ ਜਿਹੜੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਜਾਂਚ ਕਰ ਰਹੇ ਆ। ਸੋ ਵਾਹਿਗੁਰੂ ਉਹਨਾਂ ਨੂੰ ਬਲ ਬਖਸ਼ੇ। ਜਿੱਦਾਂ ਉਹਨਾਂ ਦੀ ਅੱਜ ਤੱਕ ਦੀ ਜਾਂਚ ਹੋਈ ਆ, ਅੱਜ ਤੱਕ ਨਿਰਪੱਖ ਤੇ ਵਧੀਆ ਜਾਂਚ ਹੋਈ ਆ। ਜਿੰਨੇ ਵੀ ਫੜੇ ਗਏ ਆ ਦੋਸ਼ੀ ਆ ਉਹ ਸਾਰੇ ਆ, ਤੇ ਅਸੀਂ ਵੀ ਇਹੀ ਚਾਹੁੰਦੇ ਆ ਵੀ ਉਹਨਾਂ ਨੂੰ ਉਹਨਾਂ ਦੇ ਵਾਹਿਗੁਰੂ ਸਾਹਿਬ ਤੇ ਮਿਹਰ ਭਰਿਆ ਹੱਥ ਰੱਖਣ। ਜਲਦੀ ਤੋਂ ਜਲਦੀ ਜਿਹੜੀ ਜਾਂਚ ਆ ਰਹਿੰਦੇ ਟਾਈਮ ਪੀਰੀਅਡ ਦੇ ਵਿੱਚ ਸੰਗਤਾਂ ਦੇ ਸਨਮੁਖ ਰੱਖਣ, ਤਾਂ ਜੋ ਜਿਹੜਾ ਇਨਸਾਫ ਆ ਇਹਨੂੰ 84 ਵਾਂਗ ਨਾ ਲਮਕਾਇਆ ਜਾਵੇ। ਅੱਜ ਤੱਕ ਅਦਾਲਤਾਂ ਦੇ ਧੱਕੇ ਆ ਜਿਹੜੇ ਖਾਈ ਜਾਂਦੇ ਆ ਅਸੀਂ ਵੀ 4 ਸਾਲ ਤੋਂ। ਸੋ ਇਹਨਾਂ ਚੀਜ਼ਾਂ ਦਾ ਕਾਫੀ ਸਾਹਮਣਾ ਕਰਨਾ ਪੈਂਦਾ ਸੰਗਤ ਦੇ ਵਿੱਚ ਵਿਚਰਦੇ ਆ। ਕਈ ਵਿਰੋਧੀ ਧਿਰ ਵੀ ਹੁੰਦੀ ਆ, ਕਈ ਵਿਰੋਧੀ ਲੋਕ ਵੀ ਹੁੰਦੇ ਆ, ਸੰਗਤ ਦੇ ਵਿੱਚੋਂ ਵੀ ਹੁੰਦੇ ਆ ਜਿਹੜੇ ਬੋਲ ਦਿੰਦੇ ਆ। ਬੋਲਣਾ ਸੌਖਾ ਹੈ, ਕਹਿਣਾ ਗੱਲ ਕਿਸੇ ਤੇ ਤੁਹਮਤ ਲਾਉਣੀ ਸੌਖੀ ਆ, ਪਰ ਨਾਲ ਵਿਚਰ ਕੇ ਦੇਖ ਕੇ ਤਾਂ ਫਿਰ ਪਤਾ ਲੱਗਦਾ ਵੀ 4 ਸਾਲ ਹੋ ਚੱਲੇ ਆ, 5 ਸਾਲ ਇਹ ਨਹੀਂ ਪਤਾ ਵੀ ਰਾਤ ਨੂੰ 1 ਵਜੇ ਘਰੇ ਆਉਣਾ, ਰਾਤ ਨੂੰ 2 ਵਜੇ ਜਾਂਦੇ ਆ। ਚੰਡੀਗੜ੍ਹੋਂ ਘਰੇ ਆਏ ਆ ਤਾਂ ਫਿਰ ਫੋਨ ਆ ਜਾਂਦਾ ਵੀ ਕੱਲ ਨੂੰ ਫਿਰ ਤਰੀਕ ਪੈ ਗਈ ਆ। ਜਦੋਂ ਨੂੰ ਘਰੇ ਪਹੁੰਚਦਾ ਜੱਜ ਅਗਲੇ ਦਿਨ ਦੀ ਤਰੀਕ ਪਾ ਦਿੰਦਾ, ਫਿਰ ਉਹ ਫਿਰ ਵਾਪਸ ਜਾਣਾ ਪੈਂਦਾ। ਸੋ ਇਦਾਂ ਦੀਆਂ ਅੜਚਨਾਂ ਜਿਹੜੀਆਂ ਸਾਹਮਣਾ ਕਰਨਾ ਪੈਂਦਾ, ਔਖਾ ਵੀ ਬਹੁਤ ਆ, ਪਰ ਇਨਸਾਫ ਜ਼ਰੂਰੀ ਆ। ਬਿਲਕੁਲ, ਕਾਨੂੰਨ ਤੇ ਭਰੋਸਾ ਹਮੇਸ਼ਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਾਂ ਹੋਰ ਪ੍ਰਸ਼ਾਸਨ ਆ ਜਾਂ ਲੀਡਰ ਵੀ ਸਾਡੇ ਕਹਿੰਦੇ ਵੀ ਕਾਨੂੰਨ ਤੇ ਭਰੋਸਾ ਰੱਖੋ। ਕਾਨੂੰਨ ਸਖਤ ਆ, ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ। ਤਾਂ ਇਹਨਾਂ ਕੇਸਾਂ ਦੇ ਵਿੱਚ ਕਾਨੂੰਨ ਦੇ ਹੱਥ ਜਿਹੜੇ ਆ ਉਹ ਲੰਬੇ ਕਿਉਂ ਨਹੀਂ ਗਏ, ਹੱਥ ਵੱਢ ਦਿੱਤੇ ਕਿਉਂ ਗਏ? ਤੁਹਾਨੂੰ ਕੀ ਲੱਗਦਾ 5 ਸਾਲ ਹੋ ਗਏ ਸਪਸ਼ਟ ਤੌਰ ਤੇ ਜਿਹੜੇ ਖਾਕੀ ਵਰਦੀ ਦੇ ਵਿੱਚ ਜਿਹੜੇ ਲੋਕਾਂ ਨੇ ਗੋਲੀਆਂ ਚਲਾਈਆਂ, ਜਿਨ੍ਹਾਂ ਨਾਲ ਤੁਹਾਡੇ ਪਿਤਾ ਜੀ ਦੀ ਸ਼ਹੀਦੀ ਹੋਈ ਆ, ਬਾਪੂ ਜੀ ਦੇ ਬੇਟੇ ਵੀਰ ਗੁਰਜੀਤ ਸਿੰਘ ਦੀ ਸ਼ਹੀਦੀ ਹੋਈ ਆ, ਤਾਂ ਦੇਰੀ ਕਿਉਂ ਆ? ਕੀ ਲੱਗਦਾ ਵੀ ਕੋਈ ਵੱਡਾ ਆਗੂ ਵਿੱਚ ਫਸ ਸਕਦਾ ਸੀਗਾ ਤਾਂ ਦੇਰੀ ਹੈ, ਜਾਂ ਕੁਝ ਲੱਭ ਨਹੀਂ ਰਿਹਾ ਵਿੱਚੋਂ ਤਾਂ ਦੇਰੀ? ਦੇਖੋ ਇਹ 'ਚ ਤਾਂ ਸ਼ਰਮ ਪਤਾ ਲੱਗ ਰਿਹਾ ਵੀ ਉਸ ਟਾਈਮ ਦੀ ਸਰਕਾਰ ਸੀ ਜਿਹੜੀ ਉਹ ਸਰਸੇ ਵਾਲੇ ਨਾਲ ਯਾਰੀ ਸੀ ਉਹਦੀ। ਸਰਸੇ ਵਾਲਾ ਸੁਖਬੀਰ ਬਾਦਲ ਦੇ ਨੇੜੇ ਸੀਗਾ। ਥੋੜੇ ਦਿਨ ਪਹਿਲਾਂ ਵੀ ਇੱਕ ਕਾਫੀ ਮਸਲਾ ਭਖਿਆ ਹੋਇਆ ਜਦੋਂ ਉਹਨੇ ਆਪਣੇ ਇੱਕ 7 ਸਿਤਾਰੇ ਸਾਜੇ ਸੀ। ਪੋਸ਼ਾਕ ਦਾ ਮਸਲਾ ਵੀ ਕਹਿੰਦੇ ਸੁਖਬੀਰ ਬਾਦਲ ਨੇ ਦਿੱਤੀ ਉਹਨੂੰ, ਉਹ ਹਜੇ ਦੇਖੋ ਜਾਂਚਾਂ ਦੇ ਵਿੱਚ ਪਤਾ ਲੱਗੂਗਾ। ਪਰ ਸਿੱਧੇ ਤੌਰ ਤੇ ਉਹਨਾਂ ਦੇ ਬਿਆਨ ਪਏ ਆ, ਉਹਨਾਂ ਦੀਆਂ ਇੰਟਰਵਿਊਆਂ ਪਈਆਂ ਵੀ ਅਸੀਂ ਵੋਟਾਂ ਲਈ ਕਿਸੇ ਵੀ ਧਿਰ ਕੋਲੇ ਜਾ ਸਕਦੇ ਆ। ਉਹਨਾਂ ਨੂੰ ਵੋਟਾਂ ਜ਼ਰੂਰੀ ਆ, ਉਹਨਾਂ ਨੂੰ ਸਿੱਖੀ ਨਹੀਂ ਜ਼ਰੂਰੀ। ਸੋ ਇੱਕ ਸਿੱਖੀ ਪਹਿਰੇ ਦੀ ਕਲਾਸ ਅਕਾਲੀ ਦਲ ਸੀ ਜਿਹੜੀ ਉਸ ਦੇ ਪਹਿਰਾ ਦਿੰਦੇ ਹੋਏ ਉਹ ਉਸ ਜਮਾਤ ਦੇ ਵਿੱਚ ਸੀਗੇ। ਉਹਨਾਂ ਨੇ ਉਹ ਅਕਾਲੀ ਦਲ ਦਾ ਹੀ ਘਾਣ ਕਰਤਾ ਜਿਹੜਾ 1920 ਦੇ ਵਿੱਚ ਹੋਂਚਿਆ ਸੀ, ਅਕਾਲੀ ਫੂਲਾ ਸਿੰਘ ਵਰਗਿਆਂ ਨੇ ਸਿਰਜਿਆ ਸੀ। ਪਰ ਅੱਜ ਦੇ ਬਾਦਲਾਂ ਨੇ ਉਹਨੂੰ ਇੰਨਾ ਕੁ ਤਹਿਸ਼ ਨਹਿਸ਼ ਕਰਤਾ ਵੀ ਅੱਜ ਮੈਂ ਇਹ ਨਹੀਂ ਕਹਿ ਸਕਦਾ ਮੈਂ ਅਕਾਲੀ ਹਾਂ। ਜੇ ਮੈਂ ਕਹੂੰਗਾ ਅਕਾਲੀ ਹਾਂ ਤੇ ਲੋਕ ਗਾਲਾਂ ਕੱਢਣਗੇ, ਕਹਿਣਗੇ ਇਹ ਅਕਾਲੀ, ਪਰ ਅਸੀਂ ਅਕਾਲੀ ਹੈਗੇ ਆ, ਬਾਦਲਾਂ ਵਾਲੇ ਅਕਾਲੀ ਨਹੀਂ ਆ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਤੇ ਗੁਰੂ ਪਿਤਾ ਨੂੰ ਜਿਹੜੀ ਆਪਣੀ ਪੰਜਾਬ ਦੇ ਲਈ ਜਾਨ ਵਾਰਨ ਵਾਸਤੇ ਉਹ ਅਕਾਲੀ ਆ। ਪਰ ਇਹ ਕਿਤੇ ਨਾ ਕਿਤੇ ਜਿਹੜੀ ਵੀ ਸਾਜ਼ਿਸ਼ ਜਿੰਨੀ ਵੀ ਘੜੀ ਜਾ ਰਹੀ ਹੈ ਸਰਕਾਰਾਂ ਵੱਲੋਂ, ਉਹ ਵੱਡੇ ਚਿਹਰੇ ਆ ਜਿਹੜੇ ਉਹਨਾਂ ਨੂੰ ਬਚਾਉਣ ਦੇ ਲਈ ਘੜੀ ਜਾ ਰਹੀ ਆ। ਉਹਨਾਂ ਨੂੰ ਬਚਾਉਣ ਦੇ ਲਈ ਉਹ ਉਸ ਟਾਈਮ ਦਾ ਮੁੱਖ ਮੰਤਰੀ ਲਾ ਲਓ, ਉਹਨਾਂ ਦੇ MLA ਲਾ ਲਓ, ਉਹਨਾਂ ਦੀ ਪੁਲਿਸ ਦੇ ਵੱਡੇ ਅਧਿਕਾਰੀ ਲਾ ਲਓ ਜਿਹੜੇ ਲਾਪਰਵਾਹੀ ਨਾਲ ਉੱਥੇ ਗੋਲੀਆਂ ਚਲਾ ਕੇ ਗਏ ਆ। ਬਿਲਕੁਲ, ਜਿਹੜਾ ਕਿ ਜਾਂਚ ਦੇ ਵਿੱਚ ਜਿਹੜੀ ਦੇਰੀ ਆ ਉਹ ਬਹੁਤ ਸਾਰੇ ਸਵਾਲ ਖੜੇ ਕਰਦੀ ਆ, ਪਰ ਆਉਣ ਵਾਲਾ ਜਿਹੜਾ ਸਮਾਂ ਦੱਸ ਦੇਵੇਗਾ। ਕਿਉਂਕਿ ਕੈਪਟਨ ਸਰਕਾਰ ਨੇ ਵੀ ਆਉਣ ਤੋਂ ਪਹਿਲਾਂ ਸੌਹਾਂ ਤੱਕ ਖਾਧੀਆਂ, ਬੜੇ ਵੱਡੇ ਵਾਅਦੇ ਕੀਤੇ, ਤੇ ਬਰਗਾੜੀ ਮੋਰਚੇ ਦੇ ਵਿੱਚ ਵੀ ਜਿਹੜਾ ਉਹਨੇ ਵਾਅਦਾ ਕੀਤਾ ਸੀ, ਤਾਂ ਹੀ ਬਰਗਾੜੀ ਮੋਰਚਾ ਜਿਹੜਾ ਚੁੱਕਿਆ ਗਿਆ ਵੀ ਅਸੀਂ ਸਜ਼ਾਵਾਂ ਦਿਆਂਗੇ। ਬੇਸ਼ੱਕ ਉਹ ਬਾਈਬਲ ਕਲਾ ਗੋਲੀकांड ਦਾ ਕੋਈ ਦੋਸ਼ੀ ਹੋਵੇ ਜਾਂ ਬੇਅਦਬੀ ਕਾਂਡ ਦਾ ਦੋਸ਼ੀ ਹੋਵੇ, ਪਰ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਜਿਹੜੀਆਂ ਸਜ਼ਾਵਾਂ ਨੇ ਉਹ ਦੋਸ਼ੀਆਂ ਨੂੰ ਮਿਲਣਗੀਆਂ ਜਾਂ ਦੋਸ਼ੀਆਂ ਦੇ ਅਰਦਲੀਆਂ ਨੂੰ। ਧੰਨਵਾਦ ਵੀਰ ਸੁਖਰਾਜ ਸਿੰਘ ਜੀ, ਸ਼ੁਕਰੀਆ ਬਾਪੂ ਜੀ, ਤੁਸੀਂ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।